ਗਰੁੱਪ ਅੰਦਰ ਕੁਛ ਪੰਗਤੀਆਂ ਲਿਖ ਪਾਈਆਂ ਸਨ। बाबा जी संसार से ध्यान कैसे हटाऊं, और जो मन बार बार डोलता है और भगवान में अश्रद्धा रखता है, उसे कैसे ठीक करूं। ਪਹਿਲਾਂ ਤੇ ਇਹ ਗੱਲ ਬਹੁਤ ਜ਼ਰੂਰੀ ਸਮਝਣ ਯੋਗ ਹੈ। ਜਿੰਨਾ ਚਿਰ ਪਰਮਾਤਮਾ ਤੇ ਸ਼ਰਧਾ ਨਹੀਂ ਹੈ, ਉਹਨਾਂ ਚਿਰ ਤੁਸੀਂ ਪਰਮਾਤਮਾ ਵੱਲ ਜਾ ਨਹੀਂ ਸਕਦੇ ਹੋ। ਜਿੰਨਾ ਚਿਰ ਪਰਮਾਤਮਾ ਦੀ ਪਿਆਸ ਨਹੀਂ ਹੈ, ਅੰਮ੍ਰਿਤ ਦੀ ਪਿਆਸ ਨਹੀਂ ਹੈ, ਤੁਸੀਂ ਅੰਮ੍ਰਿਤ ਦੀ ਖੋਜ ਵਿੱਚ ਨਿਕਲ ਨਹੀਂ ਸਕਦੇ ਹੋ। ਅਗਰ ਪਿਆਸ ਸੰਸਾਰ ਦੀ ਹੈ, ਹੋ ਸਕਦਾ ਹੈ ਤਦੇ ਹੀ ਪਰਮਾਤਮਾ ਦੇ ਵਿੱਚ ਅਸ਼ਰਧਾ ਹੈ। ਜਿੰਨਾ ਚਿਰ ਸ਼ਰਧਾ ਪੈਦਾ ਨਹੀਂ ਹੁੰਦੀ ਹੈ ਪਰਮਾਤਮਾ, ਸ਼ਰਧਾ ਪੈਦਾ ਹੁੰਦੀ ਹੈ ਜਾਂ ਤਾਂ ਸਤਸੰਗ ਤੋਂ, ਤੁਸੀਂ ਵਾਰ-ਵਾਰ ਪਰਮਾਤਮਾ ਦੇ ਗੁਣ ਸੁਣਦੇ ਹੋ, ਉਹਦੀਆਂ ਵਿਚਾਰਾਂ ਸੁਣਦੇ ਹੋ, ਸੰਸਾਰ ਨੂੰ ਨਾਸ਼ਵਾਨ ਸਮਝਦੇ ਹੋ, ਵਾਰ-ਵਾਰ ਸੁਣਦੇ ਹੋ ਕਿ ਸੰਸਾਰ ਮਿਥਿਆ ਹੈ, ਅਸਤ ਹੈ। ਤਾਂ ਫਿਰ ਪਰਮਾਤਮਾ ਵੱਲ ਥੋੜ੍ਹੀ ਜਿਹੀ ਸ਼ਰਧਾ ਪੈਦਾ ਹੁੰਦੀ ਹੈ। ਤੇ ਜਿਨ੍ਹਾਂ ਨੂੰ ਪਰਮਾਤਮਾ ਤੇ ਸ਼ਰਧਾ ਨਹੀਂ ਹੈ, ਉਹ ਭਾਵੇਂ ਧਿਆਨ ਵੀ ਕਰਨ, ਜਪ ਤਪ ਵੀ ਕਰੀ ਜਾਣ, ਇੱਦਾਂ ਹੀ ਤੇ ਧਾਰਮਿਕ ਲੋਕ ਕਰ ਰਹੇ ਹਨ। ਪਰਮਾਤਮਾ ਤੇ ਸ਼ਰਧਾ ਥੋੜ੍ਹੀ ਹੈ, ਪਰਮਾਤਮਾ ਦੀ ਪਿਆਸ ਨਹੀਂ ਹੈ, ਪਿਆਸ ਤੇ ਹੈ ਸੰਸਾਰ ਦੀ। ਤੇ ਜਿਹਦੀ ਪਿਆਸ ਹੈ ਉਹਨੂੰ ਪ੍ਰਾਪਤ ਕਰਨ ਵਾਸਤੇ ਹੀ ਆਦਮੀ ਕੋਸ਼ਿਸ਼ ਕਰੇਗਾ। ਖਿਆਲ ਕਰੋ। ਫਿਰ ਧਾਰਮਿਕ ਸਥਾਨਾਂ ਤੇ ਵੀ ਜੋ ਵੀ ਪਾਠ ਪੂਜਾ ਕਰੇਗਾ, ਨਾਮ ਜਪੇਗਾ, ਬਾਣੀ ਪੜ੍ਹੇਗਾ, ਉਹ ਆਪਣੀ ਪਿਆਸ ਬੁਝਾਉਣ ਵਾਸਤੇ ਕਰੇਗਾ। ਤੇ ਜਿੱਧਰ ਦੀ ਪਿਆਸ ਹੈ, ਹਾਂ ਕਈ ਵਾਰ ਐਸਾ ਵੀ ਹੁੰਦਾ ਹੈ, ਜਿਵੇਂ ਕੱਲ੍ਹ ਪਰਸੋਂ ਇੱਕ ਗੁਰਮੁਖ ਪਿਆਰੇ ਦਾ ਟੈਲੀਫੋਨ ਵੀ ਆਇਆ ਸੀ ਵੀ ਜਿਹੜੇ ਤੇ ਸਫਲ ਹੁੰਦੇ ਹਨ ਸੰਸਾਰ ਦੇ ਵਿੱਚ, ਕਾਰੋਬਾਰਾਂ ਦੇ ਵਿੱਚ ਤਰੱਕੀਆਂ ਹੋ ਰਹੀਆਂ ਹਨ, ਕਾਰੋਬਾਰ ਵੱਧ ਰਹੇ ਹਨ, ਬਿਜ਼ਨਸ ਵੱਧ ਰਿਹਾ ਹੈ, ਉਹਨਾਂ ਦਾ ਧਿਆਨ ਪਰਮਾਤਮਾ ਵੱਲ ਨਹੀਂ ਜਾਵੇਗਾ। ਹਾਂ ਅਗਰ ਉਹ ਧਾਰਮਿਕ ਸਥਾਨਾਂ ਤੇ ਵੀ ਜਾਣਗੇ, ਗੁਰਦੁਆਰੇ, ਮੰਦਰ, ਮਸਜਿਦ, ਸਿਰਫ ਕਾਰੋਬਾਰ ਵਾਸਤੇ ਵੀ ਚੱਲਦਾ ਰਹੇ, ਘਾਟਾ ਨਾ ਪੈ ਜਾਵੇ। ਤੇ ਜਿਹਨੂੰ ਸੰਸਾਰ ਦੇ ਵਿੱਚ ਘਾਟਾ ਪੈਂਦਾ ਹੈ, ਅਸਫਲ ਹੋ ਜਾਂਦਾ ਹੈ, ਜਿਹੜਾ ਸੰਸਾਰ 'ਚ ਬੰਦਾ, ਕਾਰੋਬਾਰ ਨਹੀਂ ਚੱਲਦਾ ਹੈ, ਬਹੁਤ ਔਖਾ ਹੋ ਜਾਂਦਾ ਹੈ, ਉਹਦੀ ਵੀ ਰੁਚੀ ਪਰਮਾਤਮਾ ਵੱਲ ਨੂੰ ਹੋ ਜਾਂਦੀ ਹੈ, ਧਰਮ ਵੱਲ ਨੂੰ। ਉਹ ਪਾਠ ਪੂਜਾ ਕਰਨਾ ਸ਼ੁਰੂ ਕਰ ਦਿੰਦਾ ਹੈ ਵੀ ਹੋਰ ਤੇ ਕਿਤੇ ਗੱਲ ਬਣ ਨਹੀਂ ਰਹੀ ਹੈ, ਸੰਸਾਰ 'ਚ ਤੇ ਮੈਂ ਅਸਫਲ ਹੋ ਰਿਹਾ, ਮੇਰੇ ਪਤਾ ਨਹੀਂ ਕਰਮ ਹੀ ਮਾੜੇ ਹਨ, ਕੀ ਗੱਲ ਹੈ। ਪਰ ਉਹਦੇ ਵੀ ਵਾਸਤਵਿਕ ਆਸਥਾ ਨਹੀਂ ਹੋਵੇਗੀ।
ਅਗਰ ਉਹ ਫੇਰ ਸੰਸਾਰ ਦੇ ਵਿੱਚ ਕਾਮਯਾਬ ਹੋਣਾ ਸ਼ੁਰੂ ਹੋ ਜਾਵੇ ਤੇ ਦੂਸਰੇ ਪਾਸੇ ਤੋਂ ਧਿਆਨ ਪਰਮਾਤਮਾ ਵੱਲੋਂ, ਪਰਮਾਰਥ ਵੱਲੋਂ ਫਿਰ ਹਟਣਾ ਸ਼ੁਰੂ ਹੋ ਜਾਵੇਗਾ। ਫਿਰ ਉਹ ਸੰਸਾਰ ਦੇ ਵਿੱਚ ਲੱਗ ਜਾਵੇਗਾ। ਤੇ ਸੰਸਾਰ ਦੇ ਵਿੱਚ ਅਸਫਲ ਹੋ ਜਾਂਦੇ ਹਨ। ਕਿਸੇ ਦੁੱਖ ਦੇ ਕਾਰਨ ਵੀ ਕਈ ਧਾਰਮਿਕ ਹੋ ਜਾਂਦੇ ਹਨ, ਵਿਪਤਾ ਦੇ ਕਾਰਨ ਵੀ ਧਾਰਮਿਕ ਹੋ ਜਾਂਦੇ ਹਨ। ਜਾਂ ਬੁਢੇਪੇ 'ਚ ਅਕਸਰ ਲੋਕ ਧਾਰਮਿਕ ਹੋ ਜਾਂਦੇ ਹਨ, ਕਿਉਂਕਿ ਹੁਣ ਅੱਗੇ ਭਵਿੱਖ ਤੇ ਕੋਈ ਹੈ ਨਹੀਂ, ਮੌਤ ਹੈ ਤੇ ਆਦਮੀ ਡਰਦਾ ਹੈ। ਤੇ ਜ਼ਿਆਦਾਤਰ ਲੋਕ ਬੁਢੇਪੇ 'ਚ ਜਾ ਕੇ ਧਾਰਮਿਕ ਹੋ ਹੀ ਜਾਂਦੇ ਹਨ। ਜਵਾਨੀ 'ਚ ਘੱਟ ਹੁੰਦੇ ਹਨ, ਕੋਈ ਜਵਾਨੀ 'ਚ ਆਸਾ ਹੁੰਦੀ ਹੈ, ਤ੍ਰਿਸ਼ਨਾ ਹੁੰਦੀ ਹੈ, ਵਾਸ਼ਨਾ, ਕੁਛ ਪਾਉਣ ਦੀ, ਕੁਛ ਚਾਹਤ ਹਾਸਲ ਕਰਨ ਦੀ ਸੰਸਾਰ 'ਚ। ਤੇ ਅਗਰ ਹਾਸਲ ਹੁੰਦਾ ਰਹੇ, ਉਹਦੇ ਸੁਪਨੇ ਪੂਰੇ ਹੁੰਦੇ ਰਹਿਣ ਸੰਸਾਰ ਦੇ ਵਿੱਚ, ਉਹ ਫਿਰ ਧਰਮ ਕਰਮ ਦੀ ਪਰਵਾਹ ਨਹੀਂ ਕਰਦਾ। ਕਈ ਨੌਜਵਾਨ ਹੱਸਦੇ ਵੀ ਹਨ ਧਾਰਮਿਕ ਲੋਕਾਂ ਤੇ, ਇਹ ਕਿੱਧਰ ਪਾਠ ਪੂਜਾ ਕਰਦੇ ਹਨ, ਕਿਉਂ ਕਰੀ ਜਾਂਦੇ ਹਨ? ਸੰਸਾਰ ਮਾੜਾ ਹੈ, ਭੋਗੋ, ਐਸ਼ ਕਰੋ। ਪਰ ਉਹਨਾਂ ਦੇ ਵੀ ਦਿਨ ਆਉਣਗੇ ਜਦੋਂ ਬੁਢਾਪਾ ਆਵੇਗਾ, ਫਿਰ ਖਿਆਲ ਵਿੱਚ ਆਵੇਗਾ ਵੀ ਉਹ ਠੀਕ ਹੀ ਕਰ ਰਹੇ ਸੀ। ਤੇ ਪਰਮਾਤਮਾ ਵੱਲ ਪਹਿਲਾਂ ਸ਼ਰਧਾ, ਵਾਸਤਵਿਕ ਸ਼ਰਧਾ ਉਦੋਂ ਪੈਦਾ ਹੋਵੇਗੀ ਜਦੋਂ ਤੁਸੀਂ ਜਾਣੋਗੇ ਵੀ ਜਿਹੜੇ ਸੰਸਾਰ ਨੂੰ ਤੁਸੀਂ ਸੱਚ ਸਮਝ ਰਹੇ ਹੋ, ਜਿਹਦੇ ਵਿੱਚ ਤੁਸੀਂ ਸੁੱਖ ਭੋਗ ਰਹੇ ਹੋ, ਇਹ ਵਾਸਤਵਿਕ ਨਹੀਂ, ਇਹ ਛਲਾਵਾ ਹੈ, ਧੋਖਾ ਹੈ, ਇੱਕ ਮਿਰਗ ਤ੍ਰਿਸ਼ਨਾ ਦੀ ਨਿਆਈ ਹੈ। ਇੱਥੇ ਤ੍ਰਿਪਤੀ ਨਹੀਂ ਹੁੰਦੀ, ਹੋ ਨਹੀਂ ਸਕਦੀ। ਫਿਰ ਅਗਰ ਵਾਸਤਵਿਕ ਦੇ ਵਿੱਚ ਪਿਆਸ ਪੈਦਾ ਹੋ ਜਾਵੇ, ਪਰਮਾਤਮਾ ਦੀ ਤੜਪ ਪੈਦਾ ਹੋ ਜਾਵੇ, ਉਹਨੂੰ ਹੀ ਸ਼ਰਧਾ ਕਹਿੰਦੇ, ਤਾਂ ਤੁਸੀਂ ਅਧਿਆਤਮ ਮਾਰਗ ਤੇ ਚੱਲ ਸਕਦੇ। ਇਹ ਪਹਿਲੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਉਹਨਾਂ ਚਿਰ ਆਦਮੀ ਚੱਲਦਾ ਹੀ ਨਹੀਂ ਹੈ। ਹੁਣ ਪਰਮਾਤਮਾ ਤੇ ਸ਼ਰਧਾ ਨਹੀਂ ਹੈ, ਨਾ ਕੋਈ ਪਿਆਸ ਹੈ, ਨਾ ਕੋਈ ਤੜਪ ਹੈ ਪਿਆਰੇ ਨੂੰ ਪਾਉਣ ਦੀ, ਪ੍ਰਭੂ ਨੂੰ ਪਾਉਣ। ਕਿਵੇਂ ਚੱਲੋਗੇ ਤੁਸੀਂ? ਪਿਆਸ ਹੀ ਨਹੀਂ। ਫਿਰ ਤੇ ਧਰਮ ਕਰਮ ਵੀ ਪਾਖੰਡੀ ਹੋਗੇ ਨਾ। ਤੁਸੀਂ ਸੋਚੋ, ਹੁਣ ਪਿਆਸ ਤੇ ਸੰਸਾਰ ਦੀ ਹੈ ਤੇ ਧਾਰਮਿਕ ਕਰਮ ਕਰ ਰਿਹਾ ਹੈ ਆਦਮੀ, ਤੋ ਪਾਖੰਡ ਹੋ ਗਿਆ। ਪਾਖੰਡ ਦਾ ਮਤਲਬ ਵੀ ਕਾਰਨ ਹੋਰ ਹੈ, ਹੋਰ ਕਾਰਨ ਵਾਸਤੇ ਅਧਿਆਤਮ ਪੁਰਸ਼ਾਂ ਦਾ ਉਪਦੇਸ਼ ਦੇ ਸਹਾਰਾ ਲਿਆ ਜਾ ਰਿਹਾ ਸੰਸਾਰ ਵਾਸਤੇ। ਉਹ ਤਾਂ ਸੰਸਾਰ ਤੋਂ ਛੁਟਕਾਰੇ ਵਾਸਤੇ ਉਪਦੇਸ਼ ਹੈ, ਪਰ ਉਹਨੂੰ ਪਿਆਸ ਹੀ ਨਹੀਂ ਹੈ, ਛੁਟਕਾਰਾ ਚਾਹੁੰਦਾ ਹੀ ਨਹੀਂ ਹੈ ਸੰਸਾਰ ਚੋਂ। ਜੇ ਸੰਸਾਰ ਮਿੱਠਾ ਲੱਗਦਾ ਹੈ, ਪਿਆਰਾ ਲੱਗਦਾ ਹੈ, ਜੇ ਬਹੁਤ ਕੁਛ ਕਰਨ ਵਾਲਾ ਹੈ। ਕਈ ਕਹਿੰਦੇ ਹਨ ਬੱਚੇ ਛੋਟੇ ਛੋਟੇ ਹਨ, ਪਰਿਵਾਰ ਹੈ, ਜ਼ਿੰਮੇਵਾਰੀਆਂ ਹਨ, ਤਾਂ ਉਹਨਾਂ ਦੀ ਚਿੰਤਾ ਹੈ ਕਿਵੇਂ ਧਿਆਨ ਹਟਾਈ। ਅਜੇ ਪਿਆਸ ਨਹੀਂ ਹੈ ਨਾ। ਜਿਨ੍ਹਾਂ ਨੂੰ ਪਿਆਸ ਹੁੰਦੀ ਹੈ ਉਹ ਬੱਚੇ ਛੋਟੇ ਛੋਟੇ ਥੋੜ੍ਹੀ ਦੇਖਦੇ ਹਨ। ਗੌਤਮ ਬੁੱਧ ਦਾ ਵੀ ਬੱਚਾ ਬਹੁਤ ਛੋਟਾ ਸੀ। ਬਾਬਾ ਨਾਨਕ ਵੀ ਜਦੋਂ ਘਰ ਤੋਂ ਭਰਮਣ ਵਾਸਤੇ ਗਏ ਸਨ, ਛੋਟੇ ਛੋਟੇ ਹੀ ਸਨ ਬੱਚੇ। ਉਹ ਬੱਚੇ ਥੋੜ੍ਹੀ ਦੇਖਦੇ, ਪਰਿਵਾਰ ਥੋੜ੍ਹੀ। ਹੁਣ ਜਿਹਨੂੰ ਪਿਆਸ ਲੱਗੀ ਹੈ, ਤੁਸੀਂ ਸੋਚੋ, ਉਹਨੂੰ ਕਿਹਾ ਜਾਵੇ ਵੀ ਫਲਾਣੀ ਜਗ੍ਹਾ ਤੇ ਤੇਰੀ ਪਿਆਸ ਬੁਝੇਗੀ, ਤਾਂ ਉਹ ਦੇਖੇਗਾ ਥੋੜ੍ਹੀ ਪਰਿਵਾਰ ਵੱਲ, ਬੱਚਿਆਂ ਵੱਲ, ਘਰ ਵੱਲ। ਉਹ ਤੇ ਪਿਆਸ ਬੁਝਾਵੇਗਾ, ਕਿਉਂਕਿ ਜੀਵਨ ਬਚੇਗਾ ਹੀ ਤਾਂ। ਜੇ ਪਿਆਸ ਬੁਝੇਗੀ ਤੇ ਜਿਨ੍ਹਾਂ ਨੂੰ ਪਿਆਸ ਲੱਗੀ ਹੋਈ, ਇਸੇ ਕਰਕੇ ਕਿਹਾ ਵੀ ਹੈ, ਜਿਨ ਕੋ ਲੱਗੇ ਪਿਆਸ
ਅੰਮ੍ਰਿਤ ਸੇਈ ਖਾਏ। ਜਿਨ੍ਹਾਂ ਨੂੰ ਪਿਆਸ ਲੱਗਦੀ ਹੈ ਨਾ, ਉਹ ਹੀ ਅੰਮ੍ਰਿਤ ਜਲ ਦਾ ਸੇਵਨ ਕਰਦੇ। ਪਹਿਲੀ ਗੱਲ ਤਾਂ ਇਹ ਖਿਆਲ ਵਿੱਚ ਰੱਖਣ ਯੋਗ ਹੈ, ਜਿੰਨਾ ਚਿਰ ਪਰਮਾਤਮਾ ਤੇ ਸ਼ਰਧਾ ਨਹੀਂ ਹੈ ਉਹਨਾਂ ਚਿਰ ਤੁਸੀਂ ਪਰਮਾਤਮਾ ਵੱਲ ਜਾ ਨਹੀਂ ਸਕਦੇ। ਸੰਸਾਰ ਵੱਲੋਂ ਵੀ ਧਿਆਨ ਨਹੀਂ ਹਟ ਸਕਦਾ। ਤੁਸੀਂ ਕਿਹਾ ਨਾ ਸੰਸਾਰ ਵੱਲੋਂ ਧਿਆਨ ਕਿਵੇਂ ਹਟ ਹੀ ਨਹੀਂ ਸਕਦਾ ਜਿੰਨਾ ਚਿਰ ਪਰਮਾਤਮਾ ਤੇ ਸ਼ਰਧਾ ਨਹੀਂ, ਪਰਮਾਤਮਾ ਦੀ ਪਿਆਸ ਨਹੀਂ ਹੈ, ਤੁਸੀਂ ਹਟਾ ਨਹੀਂ ਸਕਦੇ ਜ਼ਬਰਦਸਤ। ਸਤਸੰਗ ਦਾ ਇਹੋ ਹੀ ਮਹੱਤਵ ਹੈ, ਖਿਆਲ ਵਿੱਚ ਰੱਖੋ। ਰੋਜ਼ ਰੋਜ਼ ਸਤਿਪੁਰਸ਼ਾਂ ਦਾ ਸੰਗ ਕਰਨਾ ਜਾਂ ਸਤ ਉਪਦੇਸ਼ ਸੁਣਨਾ, ਸਤ ਉਪਦੇਸ਼ ਨੂੰ ਸਮਝਣਾ, ਉਹਦਾ ਪ੍ਰਯੋਜਨ ਇੰਨਾ ਹੀ ਹੁੰਦਾ ਹੈ ਵੀ ਤੁਹਾਡੇ ਅੰਦਰ ਪਿਆਸ ਪੈਦਾ ਹੋ ਜਾਵੇ, ਹੋਰ ਨਹੀਂ ਕੁਝ ਵੀ ਮਿਲੇਗਾ ਉੱਥੋਂ। ਸਤਿਪੁਰਸ਼ ਪਿਆਸ ਪੈਦਾ ਕਰਦੇ ਹਨ, ਤੜਫ ਪੈਦਾ ਹੋ ਜਾਵੇ ਤੁਹਾਡੇ ਅੰਦਰ ਉਸ ਪਿਆਰੇ ਨੂੰ ਮਿਲਣ ਦੀ, ਜਿਹਨੂੰ ਮਿਲ ਕੇ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ, ਪਰੇਸ਼ਾਨੀਆਂ ਖਤਮ ਹੋ ਜਾਂਦੀਆਂ, ਉਲਝਣਾਂ ਖਤਮ ਹੋ ਜਾਂਦੀਆਂ, ਆਦਮੀ ਨਿਸ਼ਚਿੰਤ ਹੋ ਜਾਂਦਾ। ਉਸ ਬੇਗਮਪੁਰੇ ਸ਼ਹਿਰ ਦੇ ਵਿੱਚ ਪਹੁੰਚ ਕੇ ਬੇਗਮ ਹੋ ਜਾਂਦਾ। ਤੇ ਸੁਣ ਸੁਣ ਕੇ ਹੌਲੀ ਹੌਲੀ ਲਗਨ ਲੱਗਦੀ। ਕਹਿੰਦੇ ਲਗਨ ਲਾਗਤ ਲਾਗਤ ਲਾਗਤ, ਹੌਲੀ ਹੌਲੀ ਲੱਗਦੀ। ਅਗਰ ਧਿਆਨ ਪੂਰਵਕ ਕੋਈ ਸਤਸੰਗ ਸੁਣਦਾ ਰਵੇ, ਕਰਦਾ ਰਵੇ, ਸੁਣਦਾ ਰਵੇ, ਹਟੇ ਨਾ। ਤੇ ਪਿਆਸ ਨੂੰ ਪੈਦਾ ਕਰਨ ਦਾ ਜ਼ਰੀਆ ਹੈ ਪਹਿਲੇ ਸਤਸੰਗ, ਉਪਦੇਸ਼ ਮਹਾਂਪੁਰਸ਼ਾਂ ਦੇ, ਗੁਰੂਆਂ ਦੇ, ਸਤਿਪੁਰਸ਼ਾਂ ਦੇ। ਪੜ੍ਹਨੇ ਇਸ ਕਰਕੇ ਹਨ, ਸਮਝਣੇ ਹਨ ਤਾਂ ਕਿ ਪਿਆਸ ਪੈਦਾ ਹੋ। ਫਿਰ ਤੁਸੀਂ ਪਰਮਾਤਮਾ ਵੱਲ ਨੂੰ ਜਾਓਗੇ ਤੇ ਸੰਸਾਰ ਵੱਲੋਂ ਧਿਆਨ ਆਪਣੇ ਆਪ ਹਟੇਗਾ। ਜ਼ਬਰਦਸਤੀ ਨਹੀਂ ਹਟਾ ਸਕਦੇ ਤੁਸੀਂ। ਕਿਵੇਂ ਹਟਾਓਗੇ ਪਿਆਸ? ਅਗਰ ਸੰਸਾਰ ਦੀ ਹੈ ਤੇ ਕਿਵੇਂ ਹਟਾਓ? ਅੱਖਾਂ ਮੀਟ ਕੇ ਵੀ ਬੈਠੋਗੇ ਤੇ ਫਿਰ ਖਿਆਲ ਸੰਸਾਰ ਦੇ ਹੀ ਆਈ ਜਾਂਦੇ, ਕਈਆਂ ਨੂੰ ਆਈ ਜਾ ਰਿਹਾ, ਹਟਦੇ ਹੀ ਨਹੀਂ। ਕਿਉਂਕਿ ਜੋ ਚਾਹਤ ਹੈ ਮਨ ਤੇ ਉਧਰ ਨੂੰ ਜਾਵੇਗਾ ਨਾ। ਤੇ ਬਹੁਤ ਕੰਮ ਅਧੂਰੇ ਹਨ ਸੰਸਾਰ ਵਿੱਚ, ਬਹੁਤ ਕੁਝ ਕਰਨ ਯੋਗ ਹੈ, ਤੇ ਖਿਆਲ ਵਾਰ-ਵਾਰ ਸੰਸਾਰ 'ਚ ਭਟਕਦਾ ਹੈ। ਇਸੇ ਕਰਕੇ ਬਹੁਤਿਆਂ ਦਾ ਧਿਆਨ ਲੱਗਦਾ ਨਹੀਂ। ਤੇ ਦੂਸਰੀ ਗੱਲ ਜੋ ਤੁਸੀਂ ਪੁੱਛੀ ਹੈ ਵੀ ਮਨ ਥਿਰ ਨਹੀਂ ਰਹਿੰਦਾ, ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿਹੜੇ ਚੱਲ ਰਹੇ ਹਨ ਪਰਮਾਰਥ ਦੇ ਮਾਰਗ ਤੇ, ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ। ਇੱਥੇ ਥਿਰ ਕੁਛ ਨਹੀਂ ਹੈ। ਸੰਸਾਰ ਦੇ ਵਿੱਚ ਥਿਰ ਕੁਛ ਨਹੀਂ ਹੈ। ਨਾ ਤੇ ਸਰੀਰ ਦੇ ਤਲ ਤੇ ਕੁਛ ਥਿਰ ਹੈ, ਨਾ ਮਨ ਥਿਰ ਹੈ, ਨਾ ਬਾਹਰ ਸੰਸਾਰ ਥਿਰ ਹੈ। ਇੱਥੇ ਸਭ ਕੁਝ ਬਦਲ ਰਿਹਾ ਹੈ। ਇੱਥੇ ਮੌਸਮ ਇੱਕੋ ਜਿਹੇ ਨਹੀਂ ਰਹਿੰਦੇ ਹਨ ਬਾਹਰ। ਅਗਰ ਤੁਸੀਂ ਕਹੋ ਵੀ ਇੱਥੇ ਫੁੱਲ ਹੀ ਖਿੜੇ ਰਹਿਣ, ਬਹਾਰ ਹੀ ਬਣੀ ਰਵੇ, ਐਸਾ ਨਹੀਂ ਹੋਵੇਗਾ। ਪਤਝੜ ਵੀ ਆਵੇਗੀ, ਫੁੱਲ ਖਿੜੇਗਾ ਵੀ, ਫਿਰ ਮੁਰਝਾਵੇਗਾ ਵੀ, ਫਿਰ ਟਾਹਣੀ ਦੇ ਉੱਪਰੋਂ ਡਿੱਗੇਗਾ ਵੀ, ਥੱਲੇ ਮਰੇਗਾ ਵੀ। ਤੁਸੀਂ ਕਹੋ ਫੁੱਲ ਖਿੜੇ ਹੀ ਰਹਿਣ, ਐਸਾ ਤੇ ਨਹੀਂ ਹੋਵੇਗਾ। ਮੌਸਮ ਬਦਲਦੇ ਹਨ ਤੇ ਬਾਹਰ ਦੀ ਪ੍ਰਸਥਿਤੀ ਬਦਲਦੀ ਹੈ। ਕਦੇ ਬਾਹਰ ਤੁਸੀਂ ਤਰੱਕੀਆਂ ਦੇ ਵਿੱਚ ਜਾਓਗੇ, ਕਾਰੋਬਾਰ ਚੰਗਾ ਚੱਲੇਗਾ, ਠੀਕ ਠਾਕ ਲੱਗੇਗਾ, ਬੜੀ ਖੁਸ਼ੀ ਹੋਵੇਗੀ, ਵਧੀਆ ਚੱਲ ਰਿਹਾ। ਤੇ ਕਈ ਵਾਰ ਫਿਰ ਡਾਊਨ ਹੋ ਜਾਵੇਗਾ, ਪਰੇਸ਼ਾਨੀਆਂ ਆ ਜਾਣਗੀਆਂ, ਫਿਰ ਤੁਸੀਂ ਨਿਰਾਸ਼ ਹੋ ਜਾਓਗੇ। ਇੱਦਾਂ ਹੀ ਹੁੰਦਾ ਹੈ ਨਾ। ਤੇ ਮਨ ਡੋਲੇਗਾ। ਤੇ ਸੰਸਾਰਿਕ ਤਲ ਤੇ ਕੁਛ ਵੀ ਥਿਰ ਨਹੀਂ। ਇਸੇ ਕਰਕੇ ਇਹਨੂੰ ਦਵੈਤ ਕਿਹਾ ਹੈ। ਦਵੈਤ ਦਾ ਅਰਥ ਹੁੰਦਾ ਦੋ
ਪੱਖਾਂ ਦੇ ਵਿੱਚ ਚੱਲ ਰਿਹਾ ਹੈ ਸੰਸਾਰ। ਇੱਥੇ ਦਿਨ ਵੀ ਹੈ ਤੇ ਰਾਤ ਵੀ ਹੈ। ਦਿਨ ਪੋਜ਼ਿਟਿਵ ਪੱਖ ਹੈ, ਰਾਤ ਨੈਗੇਟਿਵ ਪੱਖ ਹੈ। ਤੁਸੀਂ ਕਹੋ ਦਿਨ ਹੀ ਦਿਨ ਹੋਵੇ, ਐਸਾ ਤਾਂ ਨਹੀਂ ਹੋਵੇਗਾ। ਰਾਤ ਵੀ ਆਵੇਗੀ। ਤੁਸੀਂ ਕਹੋ ਸੁੱਖ ਹੀ ਸੁੱਖ ਹੋਣ, ਨਹੀਂ ਐਸਾ ਨਹੀਂ ਹੋਵੇਗਾ। ਦੁੱਖ ਵੀ ਆਵੇਗਾ। ਤੁਸੀਂ ਕਹੋ ਜਵਾਨੀ ਹੀ ਜਵਾਨੀ ਹੋਵੇ, ਨਹੀਂ, ਬੁਢਾਪਾ ਵੀ ਆਵੇਗਾ। ਸਰੀਰ ਜਰਾ ਜੀर्ण ਵੀ ਹੋਵੇਗਾ। ਪਰ ਮਨ ਚਾਹੁੰਦਾ ਹੈ ਇੱਕ ਪੱਖ ਨੂੰ, ਸੁਖਦਾਈ ਪੱਖ ਨੂੰ ਚਾਹੁੰਦਾ ਹੈ। ਦੁੱਖ ਕਦੇ ਨਾ ਆਵੇ, ਬਹਾਰ ਹੀ ਬਹਾਰ ਖਿੜੀ ਰਵੇ, ਪਤਝੜ ਕਦੇ ਨਾ ਆਵੇ। ਖੁਸ਼ੀ ਹੀ ਖੁਸ਼ੀ ਬਣੀ ਰਵੇ, ਦੁੱਖ ਕਦੇ ਨਾ ਆਵੇ। ਇੱਦਾਂ ਹੀ ਚਾਹੁੰਦੇ ਹਨ ਸਾਰੇ, ਪਰ ਐਸਾ ਹੁੰਦਾ ਨਹੀਂ। ਨਾ ਸਰੀਰਕ ਤਲ ਤੇ ਐਸਾ ਹੋਵੇਗਾ, ਨਾ ਬਾਹਰ ਸੰਸਾਰਕ ਤੇ ਤਲ ਤੇ ਐਸਾ ਹੋਵੇਗਾ, ਤੇ ਮਨ ਦੇ ਤਲ ਤੇ ਐਸਾ ਹੁੰਦਾ ਹੀ ਨਹੀਂ। ਕਿਉਂਕਿ ਮਨ ਤੇ ਛਿਣ ਛਿਣ ਦੇ ਵਿੱਚ ਬਦਲ ਰਿਹਾ ਹੈ, ਕਿਉਂਕਿ ਪ੍ਰਭਾਵਿਤ ਹੋ ਰਿਹਾ ਹੈ ਸੰਸਾਰ ਤੋਂ, ਪ੍ਰਭਾਵਿਤ ਹੋ ਰਿਹਾ ਹੈ ਸਰੀਰ ਤੋਂ। ਆਪਣੇ ਖੁਸ਼ ਹੋਣਗੇ, ਤੁਸੀਂ ਖੁਸ਼ ਹੋਗੇ। ਆਪਣਿਆਂ ਨੂੰ ਦੁੱਖ ਆ ਗਿਆ, ਪਰੇਸ਼ਾਨੀਆਂ ਆ ਗਈਆਂ, ਕੋਈ ਆਪਣਾ ਵਿੱਚੋਂ ਚੱਲ ਵਸਿਆ, ਦੁੱਖ ਆ ਜਾਵੇਗਾ। ਇੱਥੇ ਬਦਲਾਹਟ ਹੋ ਰਹੀ ਹੈ ਸੰਸਾਰ ਦੇ ਵਿੱਚ, ਤੇ ਬਦਲਾਹਟ ਦੇ ਨਾਲ ਮਨ ਵੀ ਬਦਲ ਰਿਹਾ ਹੈ। ਮਨ ਟਿਕੇਗਾ ਨਹੀਂ। ਦਰਅਸਲ ਧਾਰਮਿਕ ਵਿਅਕਤੀ ਚਾਹੁੰਦਾ ਹੈ ਮਨ ਟਿਕ ਜਾਵੇ, ਡੋਲੇ ਨਾ। ਬਸ ਇਹੋ ਹੀ ਫਰਕ ਹੈ ਸਮਝਣ ਦਾ, ਸਮਝਾਉਣ ਦਾ। ਆਮ ਧਾਰਮਿਕ ਵਿਅਕਤੀ ਸੋਚਦੇ ਹਨ ਮਨ ਟਿਕ ਜਾਂਦਾ ਹੈ, ਨਹੀਂ, ਮਨ ਨਹੀਂ ਟਿਕੇਗਾ। ਮਨ ਤੋਂ ਪਿੱਛੇ ਹਟਣਾ ਪਵੇਗਾ। ਤੇ ਮਨ ਤੋਂ ਪਿੱਛੇ ਹਟਣ ਦੀ ਕਲਾ ਹੈ ਵੀ ਨਾ ਤਾਂ ਸੁੱਖ ਦੇ ਵਿੱਚ ਬਹੁਤੇ ਸੁਖੀ ਹੋ, ਬਹੁਤੇ ਖੁਸ਼ ਹੋ, ਬਹੁਤੇ ਉਛਲੋ, ਨਾ ਦੁੱਖ ਦੇ ਵਿੱਚ ਦੁਖੀ ਹੋ। ਅਗਰ ਤੁਸੀਂ ਸੁੱਖ ਦੇ ਵਿੱਚ ਜ਼ਿਆਦਾ ਖੁਸ਼ ਹੁੰਦੇ ਹੋ, ਜਿੰਨਾ ਜ਼ਿਆਦਾ ਤੁਸੀਂ ਸੁੱਖ ਨੂੰ ਸਵੀਕਾਰ ਕਰਦੇ ਹੋ, ਸੁੱਖ ਦੇ ਵਿੱਚ ਰਹਿੰਦੇ ਹੋ, ਉਨਾ ਹੀ ਦੂਸਰਾ ਪੱਖ ਵੀ ਗਹਿਰਾ ਹੁੰਦਾ ਹੈ ਦੁੱਖ ਦਾ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਹੁਣ ਜਿਵੇਂ ਅਕਸਰ ਮੈਂ ਉਦਾਹਰਣ ਦਿੰਦਾ ਹੁੰਦਾ ਹਾਂ ਵੀ ਗਰਮੀਆਂ ਦੇ ਦਿਨਾਂ 'ਚ ਭਰ ਦੁਪਹਿਰੇ ਕੋਈ ਆਦਮੀ ਸਦਾ ਏਸੀ 'ਚ ਰਹਿ ਰਿਹਾ ਹੈ, ਏਸੀ ਕਾਰਾਂ 'ਚ ਘੁੰਮ ਰਿਹਾ ਹੈ। ਉਹ ਦਰਖਤ ਦੇ ਥੱਲੇ ਬੈਠ ਗਿਆ, ਕਾਰ ਖਰਾਬ ਹੋ ਗਈ, ਤਾਂ ਉਹਨੂੰ ਉੱਥੇ ਸੁੱਖ ਨਹੀਂ ਮਿਲੇਗਾ, ਬੇਚੈਨ ਹੋਵੇਗਾ। ਪਰ ਦੂਸਰਾ ਇੱਕ ਮਜ਼ਦੂਰ ਕੰਮ ਕਰ ਰਿਹਾ ਹੈ ਸਿਖਰ ਦੁਪਹਿਰੇ ਬਾਹਰ, ਪੱਥਰ ਤੋੜ ਰਿਹਾ ਹੈ ਸੜਕ ਤੇ, ਉਹ ਦੁਪਹਿਰੇ ਆਣ ਕੇ ਦਰਖਤ ਦੀ ਛਾਵੇਂ ਬੈਠੇਗਾ ਤੇ ਉਹਨੂੰ ਸੁੱਖ ਮਿਲੇਗਾ। ਬੈਠੇ ਇੱਕੋ ਹੀ ਦਰਖਤ ਥੱਲੇ ਹਨ, ਮਜ਼ਦੂਰ ਵੀ, ਉਹ ਅਮੀਰ ਆਦਮੀ ਵੀ, ਪਰ ਅਮੀਰ ਆਦਮੀ ਬੇਚੈਨ ਹੋਵੇਗਾ, ਤੜਫੇਗਾ। ਬੜੀ ਲੂ ਚੱਲਦੀ ਹੈ, ਬੜੀ ਗਰਮੀ ਹੈ, ਬੜੀ ਪਰੇਸ਼ਾਨੀ ਹੈ, ਧੂੜ ਉੱਡ ਰਹੀ ਹੈ। ਪਰ ਜਿਹੜਾ ਮਜ਼ਦੂਰ ਹੈ ਉਹ ਆਰਾਮ ਕਰੇਗਾ ਰੋਟੀ ਖਾ ਕੇ, ਉੱਥੇ ਝੱਟ ਹੀ ਉਹਨੂੰ ਨੀਂਦ ਆ ਜਾਵੇਗੀ, ਠੰਡੀ ਛਾਂ ਹੈ, ਉਹ ਸੁੱਖ ਲਵੇਗਾ। ਤੇ ਜਿੰਨੇ ਗਹਿਰੇ ਸੁੱਖ ਨੂੰ ਤੁਸੀਂ ਮਾਣਦੇ ਹੋ, ਉਨੇ ਹੀ ਗਹਿਰੇ ਦੁੱਖ ਦੇ ਵਿੱਚ ਵੀ ਪ੍ਰਵੇਸ਼ ਹੁੰਦੇ ਹੋ। ਤੇ ਇੱਥੇ ਇਹ ਕਿਹਾ ਜਾਂਦਾ ਹੈ ਵੀ ਸੁਖ ਦੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਭਮਾਨਾ, ਹਰਖ ਸੋਗ ਤੇ ਰਹੇ ਅਤੀਤਾ, ਤਿਨ ਜਗ ਤਤ ਪਛਾਨਾ। ਵੀ ਸੁੱਖ ਦੁੱਖ ਦੋਨੋਂ ਸਮ ਕਰ ਜਾਣੈ, ਨਾ ਹੀ ਮਾਨ ਅਭਮਾਨ। ਹੁਣ ਤੁਹਾਡਾ ਕੋਈ ਸਨਮਾਨ ਕਰ ਰਿਹਾ ਹੋਵੇ,
ਆਦਰ ਮਿਲ ਰਿਹਾ ਹੋਵੇ, ਸਤਿਕਾਰ ਮਿਲ ਰਿਹਾ ਹੋਵੇ ਸੰਸਾਰ 'ਚ, ਤੇ ਬੜੇ ਖੁਸ਼ ਹੁੰਦੇ। ਪਰ ਨਿਰਾਦਰ ਵੀ ਹੋਵੇਗਾ ਕਦੇ ਨਾ ਕਦੇ, ਦੂਸਰਾ ਪੱਖ ਵੀ ਆਵੇਗਾ, ਪਰ ਉਹ ਤੁਸੀਂ ਸੋਚਦੇ ਨਹੀਂ ਹੋ। ਫਿਰ ਜਦੋਂ ਉਹ ਆਉਂਦਾ ਹੈ ਤੇ ਆਦਮੀ ਬਹੁਤ ਦੁਖੀ ਹੁੰਦਾ ਹੈ। ਕਈ ਤੇ ਆਦਮੀ ਮਰਨ ਤੱਕ ਜਾਂਦੇ ਹਨ ਵੀ ਧਰਤੀ ਫਟ ਜਾਵੇ, ਮੈਂ ਵਿੱਚ ਹੀ ਦਫਨ ਹੋ ਜਾ। ਬੇਇੱਜ਼ਤੀ ਬਰਦਾਸ਼ਤ ਨਹੀਂ ਹੁੰਦੀ, ਅਪਮਾਨ। ਪਰ ਦੂਸਰਾ ਪੱਖ ਵੀ ਆਵੇਗਾ, ਇੱਕੋ ਪੱਖ ਥੋੜੀ ਰਹੇਗਾ। ਚੰਗਾ ਹੀ ਚੰਗਾ ਸਦਾ ਥੋੜੀ ਰਹੇਗਾ, ਬੁਰਾ ਵੀ ਆਵੇਗਾ। ਸਰੀਰ ਸਵਸਥ ਹੈ, ਬਿਲਕੁਲ ਨਿਰੋਗ ਹੈ, ਤੁਸੀਂ ਬੜੇ ਪ੍ਰਫੁੱਲਤ ਹੋ ਤੇ ਤੁਹਾਨੂੰ ਪਰਵਾਹ ਹੀ ਨਹੀਂ ਹੈ, ਬੜੇ ਮਜ਼ੇ 'ਚ ਹੋ। ਪਰ ਜਦੋਂ ਸਰੀਰ ਦੇ ਵਿੱਚ ਦੁੱਖ ਆਵੇ, ਦੁੱਖ ਵੀ ਆਵੇਗਾ ਨਾ, ਫਿਰ ਦੂਸਰਾ ਪੱਖ ਵੀ ਆਵੇਗਾ, ਫਿਰ ਤੁਸੀਂ ਤੜਫੋਗੇ। ਪਰ ਦੂਸਰੇ ਪੱਖ ਨੂੰ ਕੋਈ ਯਾਦ ਨਹੀਂ ਰੱਖਦਾ ਹੈ। ਸੁੱਖ ਵੇਲੇ ਤੇ ਜਮੀਨ ਯਾਦ ਨਹੀਂ ਰੱਖਦਾ ਹੈ ਵੀ ਦੁੱਖ ਵੀ ਆਵੇਗਾ। ਜਵਾਨੀ ਵੇਲੇ ਆਦਮੀ ਯਾਦ ਨਹੀਂ ਰੱਖਦਾ ਹੈ ਵੀ ਬੁਢਾਪਾ ਵੀ ਆਵੇਗਾ, ਵੀ ਮੌਤ ਵੀ ਆਵੇਗੀ। ਇਸ ਕਰਕੇ ਜਵਾਨ ਆਦਮੀ ਧਾਰਮਿਕ ਨਹੀਂ ਹੁੰਦਾ ਹੈ। ਉਹਨੂੰ ਖਿਆਲ ਹੀ ਨਹੀਂ ਹੁੰਦਾ ਹੈ ਵੀ ਬੁਢਾਪਾ ਵੀ ਆਵੇਗਾ, ਮੌਤ ਵੀ ਆਵੇਗੀ। ਪਰਵਾਹ ਹੀ ਨਹੀਂ ਕਰਦਾ, ਕਹਿੰਦਾ ਬਹੁਤ ਦੂਰ ਹੈ। ਤੇ ਸਰੀਰ ਅਗਰ ਨਿਰੋਗ ਹੈ, ਤੈਨੂੰ ਹੈ ਹੀ ਨਹੀਂ ਧਰਮ ਕਰਮ ਦੀ ਕੋਈ ਗੱਲ। ਪਰ ਦੂਸਰਾ ਪੱਖ ਵੀ ਆਵੇਗਾ। ਜੇ ਕੋਈ ਪੈਦਾ ਹੋਇਆ ਹੈ ਤੇ ਮੌਤ ਵੀ ਆਵੇਗੀ। ਦੋਵੇਂ ਪੱਖ ਹਨ ਇੱਥੇ ਸੰਸਾਰ ਦੇ ਵਿੱਚ। ਜਨਮ ਵੀ ਹੈ, ਮੌਤ ਵੀ, ਜਵਾਨੀ ਵੀ ਹੈ, ਬੁਢਾਪਾ ਵੀ। ਸਰੀਰ ਸਵਸਥ ਵੀ ਹੈ ਤੇ ਕਦੇ ਨਾ ਕਦੇ ਬਿਮਾਰ ਵੀ ਹੋਵੇਗਾ। ਤੇ ਬਿਮਾਰ ਹੋਵੇਗਾ ਤੇ ਫਿਰ ਆਦਮੀ ਪਰੇਸ਼ਾਨ ਹੋਵੇਗਾ। ਪਰ ਅਗਰ ਜਿਹੜਾ ਸਵਸਥ ਸਰੀਰ ਦੇ ਵਿੱਚ ਜਦੋਂ ਸੁਖੀ ਹੁੰਦਾ ਹੈ, ਉਦੋਂ ਖਿਆਲ ਰੱਖੇ ਵੀ ਇਹ ਸੁੱਖ ਸਦਾ ਟਿਕਣ ਵਾਲਾ ਨਹੀਂ ਹੈ, ਸੁੱਖ ਨੂੰ ਸੀਮਤ ਢੰਗ ਦੇ ਨਾਲ ਭੋਗੇ, ਜ਼ਿਆਦਾ ਨਾ ਸੁੱਖ ਦੇ ਵਿੱਚ ਲਿਪਾਏਮਾਨ ਹੋ ਜਾਵੇ। ਦੂਸਰਾ ਪੱਖ ਵੀ ਯਾਦ ਰੱਖੇ, ਤੋ ਫਿਰ ਬੈਲੈਂਸ ਹੋ ਜਾਂਦਾ ਹੈ। ਮਨ ਤੋਂ ਪਾਰ ਜਾਣ ਵਾਸਤੇ ਸਵੀਕਾਰ ਭਾਵ ਦੇ ਵਿੱਚ ਉਤਰਨਾ ਜ਼ਰੂਰੀ ਹੈ। सुख दुख दोनों सम कर जाने, जो नर सुख में सुख नहीं माने। कई जगह ऐसा उपदेश है। पर सुख सुख इसे करके बीमारी भी किया है भी सुख रोग पिया, दुख दारू सुख रोग पिया। भाव कि सुख दे विच आदमी बिल्कुल ही भुल जाता है, मौत नूं भी भुल जाता है, परमात्मा नूं ते भुलना ही भुलना। अपने तो दूर चले जाता है सुख दे विच आदमी, उडारियां मारदा आकाश दे विच भी मैं ही हाँ। इस करके वो रोग बनता है। तो वो रोग जदों गहरा होवेगा तो बीमारी बनेगी, दुख आवेगा, तो दुख पिछे ही मौजूद है, ख्याल विच रखण योग है। हरख सोग ते रहे अतीता, तिन जग तत् पछाना। उस्तत निंदा दो त्यागै, खोजै पद निर्बाना। जन नानक एह खेल कठन है, किन्हू गुरमुख जन। उस्तत निंदा दो त्यागे। जिवें पिछे गल कीती सी ना भी एक गुरमुख प्यारे ने पुछया सी, सैल्फ रिस्पैक्ट होनी चाहिए, ये होई उस्तत। अगर उस्तत चाहोगे तुसी तो दूसरा पक्ष भी आवेगा, वो भी ख्याल विच रखियो। रिस्पैक्ट चाहोगे तो कई जगह रिस्पैक्ट नहीं भी मिलेगी, धक्के भी मिलणगे, ठोकरां भी मिलणगियां। अगर वास्तविक दे विच बहुतियां नूं बाहर रिस्पैक्ट मिलदी है संसार दे विच, पर उन्हां दे घर दे विच रिस्पैक्ट नहीं हुंदी। घर वाली रिस्पैक्ट नहीं करती,
ਉੱਥੇ ਬੇਚੈਨ ਹੁੰਦੇ ਹਨ ਵੀ ਸਾਰੇ ਲੋਕ ਤੇ ਮੇਰਾ ਆਦਰ ਕਰਦੇ, ਘਰ ਦੇ ਵਿੱਚ ਮੇਰੀ ਬੇਇੱਜ਼ਤੀ ਹੋਈ ਆ। ਤੇ ਰਿਸਪੈਕਟ ਚਾਹੋਗੇ ਤੇ ਦੂਸਰਾ ਪੱਖ ਵੀ ਆਵੇਗਾ ਨਾ, ਨਿਰਾਦਰ ਦਾ ਵੀ, ਅਪਮਾਨ ਦਾ ਵੀ। ਤੇ ਹਰਖ ਸੋਗਰ ਤੇ ਰਹੇ ਅਤੀਤਾ, ਤਿਨ ਜਗ ਤਤ ਪਛਾਨਾ। ਫਿਰ ਹਰਖ ਸੋਗ, ਖੁਸ਼ੀ ਗਮੀ ਤੋਂ ਕਹਿੰਦੇ ਅਤੀਤ ਰਵੇ। ਤਿੰਨ ਜਗ ਤਤ ਪਛਾਨਾ, ਉਹ ਤਤ ਨੂੰ ਪਹਿਚਾਣ ਲੈਂਦਾ। ਖੁਸ਼ੀ ਗਮੀ ਤੂੰ ਜਿਹੜਾ ਪਾਰ ਹੋ ਜਾਵੇ, ਸੰਸਾਰਿਕ ਖੁਸ਼ੀ ਗਮੀ ਤੂੰ ਜਿਹੜਾ ਪਿੱਛੇ ਹਟ ਜਾਵੇ, ਜਿਹੜਾ ਦੁੱਖ ਸੁੱਖ ਤੂੰ ਪਿੱਛੇ ਹਟ ਜਾਵੇ, ਉਹ ਮਨ ਤੋਂ ਪਿੱਛੇ ਹਟ ਗਿਆ। ਖਿਆਲ ਵਿੱਚ ਲਓ, ਮਨ ਦੇ ਤਲ ਤੇ ਡੋਲਾ ਡੋਲੀ ਹੋਵੇਗੀ, ਕਿਉਂਕਿ ਮਨ ਸੁੱਖ ਚਾਹੁੰਦਾ ਹੈ ਤੇ ਦੁੱਖ ਵੀ ਮਿਲੇਗਾ। ਮਨ ਸਦਾ ਥਿਰ ਨਹੀਂ ਰਹਿੰਦਾ ਹੈ। ਧਾਰਮਿਕ ਜਗਤ ਦੇ ਵਿੱਚ ਵੀ ਜਿਹੜੇ ਚੱਲ ਰਹੇ ਹਨ, ਉਹਨਾਂ ਦਾ ਵੀ ਮਨ ਇੱਦਾਂ ਹੀ ਕਈ ਵਾਰ ਧਿਆਨ ਦੇ ਵਿੱਚ ਲੱਗਦਾ ਹੈ, ਪਰਮਾਤਮਾ ਵਾਲੇ ਪਾਸੇ ਨੂੰ ਚੰਗਾ ਲੱਗਦਾ ਹੈ, ਧਿਆਨ ਦੇ ਵਿੱਚ ਵੀ ਬੈਠਦੇ ਹਨ, ਸਿਮਰਨ ਕਰਦੇ ਹਨ ਤੇ ਬੜੇ ਖੁਸ਼ ਹੁੰਦੇ ਹਨ। ਫਿਰ ਕੁਛ ਚਿਰ ਬਾਅਦ ਫਿਰ ਉਹ ਸੰਸਾਰ ਵੱਲ ਚੱਲ ਪੈਂਦਾ, ਫਿਰ ਉਹ ਪਰੇਸ਼ਾਨ ਹੋ ਜਾਂਦੇ, ਫਿਰ ਅੱਖਾਂ ਵੀ ਮੀਟਦੇ, ਕੋਸ਼ਿਸ਼ ਵੀ ਕਰਦੇ ਹਨ, ਧਿਆਨ ਲੱਗਦਾ ਹੀ ਨਹੀਂ। ਕਹਿੰਦੇ ਸੰਸਾਰ ਵੱਲ ਹੀ ਜਾਂਦਾ ਹੈ, ਵਾਸ਼ਨਾਵਾਂ ਕਾਮਨਾਵਾਂ ਚਲੀ ਜਾਂਦੀਆਂ, ਸੰਸਾਰ ਦਾ ਧਿਆਨ ਆਈ ਜਾਂਦਾ। ਉਹ ਕੋਈ ਦੂਸਰਾ ਪੱਖ ਵੀ ਆਵੇਗਾ ਹੀ ਨਾ। ਮਨ ਦੇ ਤਲ ਤੇ ਦੋਵੇਂ ਪੱਖ ਚੱਲਣਗੇ। ਜਿਹਦੇ ਨਾਲ ਤੁਸੀਂ ਪ੍ਰੇਮ ਕਰਦੇ ਹੋ, ਜਦੋਂ ਕਰਦੇ ਹੋ ਉਦੋਂ ਤੁਸੀਂ ਸੋਚਦੇ ਹੋ ਵੀ ਇਹ ਘਿਰਣਾ ਵਾਲਾ ਪੱਖ ਵੀ ਆਵੇਗਾ। ਪ੍ਰੇਮ ਤੋਂ ਵੱਧ ਘਿਰਣਾ ਵੀ ਹੁੰਦੀ ਹੈ, ਪਰ ਪਹਿਲਾਂ ਥੋੜ੍ਹੀ ਪਤਾ ਹੁੰਦਾ ਹੈ। ਪਹਿਲਾਂ ਤਾਂ ਹੁੰਦਾ ਹੈ ਵੀ ਜਨਮ ਜਨਮ ਦਾ ਸਾਥ, ਇੱਦਾਂ ਹੀ ਪ੍ਰੇਮ ਕਰਾਂਗੇ ਸਾਰੀ ਜ਼ਿੰਦਗੀ, ਕਦੇ ਨਹੀਂ ਵਿਛੜਦੇ। ਫਿਰ ਜਦੋਂ ਘਿਰਣਾ ਵਾਲਾ ਪੱਖ ਆਉਂਦਾ ਹੈ, ਉਦੋਂ ਪਤਾ ਲੱਗਦਾ ਹੈ ਵੀ ਧੋਖਾ ਹੋਇਆ। ਧੋਖਾ ਨਹੀਂ ਹੋਇਆ ਹੈ, ਦੂਸਰਾ ਪੱਖ ਆ ਰਿਹਾ ਹੈ। ਉਹ ਦੂਸਰਾ ਪੱਖ ਵੀ ਆਵੇਗਾ। ਸੰਸਾਰਿਕ ਪ੍ਰੇਮ ਹੈ, ਇਹ ਥਿਰ ਥੋੜ੍ਹੀ ਰਹੇਗਾ, ਇਹਦੇ ਵਿੱਚ ਘਿਰਣਾ ਵੀ ਹੈ। ਇਸੇ ਕਰਕੇ ਇਹਨੂੰ ਦੂਸ਼ਿਤ ਕਿਹਾ ਹੈ, ਦੂਸ਼ਿਤ ਪ੍ਰੇਮ। ਇਵੇਂ ਹੀ ਹੁਣ ਸਾਧਕ ਕਈ ਹਨ, ਕਈ ਵਾਰ ਮੈਨੂੰ ਬੜੇ ਮੈਸੇਜ ਕਰਨਗੇ ਕਈ ਪ੍ਰੇਮੀ, ਬਹੁਤ ਧੰਨਵਾਦ, ਤੁਹਾਡੀ ਕਿਰਪਾ, ਤੁਹਾਡੀ ਬਖਸ਼ਿਸ਼, ਚੰਗੇ ਚੰਗੇ ਅਲਫਾਜ਼ ਲਿਖ ਕੇ ਭੇਜਣਗੇ, ਬੜਾ ਪ੍ਰੇਮ ਹੋਵੇਗਾ। ਤੇ ਕੁਛ ਚਿਰ ਬਾਅਦ ਉਹਨਾਂ ਦੇ ਮੈਸੇਜ ਬੰਦ ਹੋ ਜਾਂਦੇ ਹਨ। ਫਿਰ ਕਈਆਂ ਨੂੰ ਘਿਰਣਾ ਵੀ ਹੋ ਜਾਂਦੀ ਹੈ ਵੀ ਕੁਛ ਮਿਲ ਤੇ ਰਿਹਾ ਨਹੀਂ ਹੈ, ਇਹਨਾਂ ਦੀਆਂ ਅਸੀਂ ਗੱਲਾਂ ਵੀ ਸੁਣ ਰਹੇ ਹਾਂ, ਉਪਦੇਸ਼ ਵੀ ਸੁਣ ਰਹੇ ਹਾਂ, ਕੁਛ ਪ੍ਰਾਪਤ ਨਹੀਂ ਹੋ ਰਿਹਾ ਹੈ, ਸ਼ਾਇਦ ਪਤਾ ਨਹੀਂ ਠੀਕ ਹਨ ਕਿ ਨਹੀਂ। ਮਨ ਦੇ ਵਿੱਚ ਸ਼ੱਕ ਪੈਦਾ ਹੋ ਜਾਂਦਾ ਤੇ ਕਈ ਵਾਰ ਘਿਰਣਾ ਵੀ ਹੋ ਜਾਂਦੀ ਹੈ, ਖਿਝ ਵੀ ਆਉਣ ਲੱਗ ਜਾਂਦੀ ਹੈ ਕਈਆਂ ਨੂੰ। ਫਿਰ ਉਹ ਦੂਸਰੇ ਪੱਖ ਵੱਲ ਚੱਲ ਪੈਂਦੇ ਹਨ, ਘਿਰਣਾ ਵਾਲੇ। ਜਿਹੜੇ ਪ੍ਰੇਮ ਕਰਦੇ ਹਨ ਉਹ ਘਿਰਣਾ ਕਰਨਾ ਸ਼ੁਰੂ ਕਰ ਦਿੰਦੇ। ਕਈ ਪ੍ਰੇਮੀ ਮੈਨੂੰ ਕਹਿੰਦੇ ਵੀ ਹਨ ਵੀ ਫਲਾਨਾ ਬੰਦਾ ਬੜੇ ਮੈਸੇਜ ਪਾਉਂਦਾ ਹੁੰਦਾ ਸੀ, ਹੁਣ ਮੈਂ ਕਿਹਾ ਉਹ ਦੂਸਰਾ ਪੱਖ ਚਾਲੂ ਹੈ ਉਹਦਾ। ਹੁਣ ਪਹਿਲਾਂ ਪ੍ਰੇਮ ਵਾਲਾ ਸੀ, ਹੁਣ ਘਿਰਣਾ ਵਾਲਾ। ਫਿਰ ਕਦੇ ਪ੍ਰੇਮ ਆਵੇਗਾ, ਸਦਾ ਘਿਰਣਾ ਦੇ ਵਿੱਚ ਨਹੀਂ ਰਹਿ ਸਕਦਾ। ਫਿਰ ਖਿਆਲ ਵਿੱਚ ਆਈ ਗੱਲ ਤੇ ਫਿਰ ਸ਼ੁਰੂ ਹੋ ਜਾਵੇਗਾ। ਤੇ ਮਨ ਡੋਲਦਾ ਹੈ, ਖਿਆਲ ਵਿੱਚ ਰੱਖੋ। ਮਨ ਦੇ ਤਲ ਤੇ ਥਿਰਤਾ ਥੋੜ੍ਹੀ ਹੋਵੇਗੀ। ਮਨ ਤੇ ਸੰਸਾਰ ਦੀ ਪੈਦਾਇਸ਼ ਹੈ ਨਾ, ਸੰਸਾਰ 'ਚ ਚੱਲ ਰਿਹਾ ਹੈ, ਸੋਚ ਰਿਹਾ ਹੈ, ਹੇਠੋਂ ਪੈਰ ਵਿਚਾਰ ਦੇ ਤਲ ਤੇ ਚੱਲ ਰਿਹਾ ਹੈ। ਕਈ ਵਾਰ ਚੰਗੇ ਵਿਚਾਰ ਆਉਂਦੇ ਹਨ, ਖੁਸ਼ ਹੋ ਜਾਂਦਾ ਹੈ, ਬੁਰੇ ਵਿਚਾਰ ਆਉਣ ਲੱਗ ਪਏ, ਦੁਖੀ ਹੋ ਗਏ। ਬੈਠੇ ਬੈਠੇ ਹੀ ਤੁਸੀਂ, ਕੁਛ ਵੀ ਨਹੀਂ ਬਦਲ ਰਿਹਾ ਹੈ, ਉੱਦਾਂ ਹੀ ਬੈਠੇ ਹੋ। ਚੰਗੇ ਵਿਚਾਰ ਆਏ, ਬੜੇ ਖੁਸ਼ ਹੋ ਗਏ, ਇੱਕਦਮ ਕਿਸੇ ਨੇ ਟੈਲੀਫੋਨ ਕਰਤਾ, ਬੁਰੇ ਵਿਚਾਰ ਆਉਣ ਲੱਗ ਪਏ ਤੇ ਦੁਖੀ ਹੋ। ਇੰਨੇ 'ਚ ਮਨ ਬਦਲ ਗਿਆ, ਪਰੇਸ਼ਾਨ ਹੋ। ਤੇ ਮਨ ਦੇ ਤਲ ਤੇ ਥਿਰਤਾ ਥੋੜ੍ਹੀ ਹੋਵੇਗੀ। ਇਹੋ ਹੀ ਤੇ ਉਪਦੇਸ਼ ਦੇ ਰਹੇ ਹਨ ਗੁਰੂ ਸਾਹਿਬ ਜੀ ਵੀ ਮਨ ਤੋਂ ਪਾਰ ਜਾਣਾ ਹੈ। ਮਨ ਸੁੱਖ ਦੁੱਖ ਦੇ ਵਿੱਚ ਵਿਚਰਦਾ ਹੈ, ਮਨ ਹਰਖ ਸ਼ੋਕ ਦੇ ਵਿੱਚ ਵਿਚਰਦਾ ਹੈ। ਇਹਨਾਂ ਨੂੰ ਸਾਰਿਆਂ ਨੂੰ ਸਮ ਕਰਕੇ ਜਾਣਨਾ ਹੈ।
ਨਾ ਖੁਸ਼ੀ ਦੇ ਵਿੱਚ ਬਹੁਤੇ ਖੁਸ਼ ਹੋਣਾ ਹੈ, ਨਾ ਸੋਗ ਦੇ ਵਿੱਚ ਬਹੁਤੇ ਸੋਗਗ੍ਰਸਤ ਹੋਣਾ ਹੈ, ਨਾ ਦੁੱਖ ਦੇ ਵਿੱਚ ਦੁਖੀ ਹੋਣਾ ਹੈ, ਨਾ ਮਾਣ ਦੇ ਵਿੱਚ ਬਹੁਤੇ ਫੁੱਲ ਜਾਣਾ ਹੈ, ਚੌੜੇ ਹੋ ਜਾਣਾ ਵੀ ਬੜਾ ਸਨਮਾਨ ਹੋ ਰਿਹਾ। ਨਹੀਂ, ਦੂਸਰਾ ਪੱਖ ਵੀ ਖਿਆਲ ਰੱਖਿਓ, ਇਹ ਜੁੱਤੀਆਂ ਵੀ ਮਾਰ ਸਕਦੇ ਹਨ ਤੁਹਾਨੂੰ। ਅੱਜ ਫੁੱਲਾਂ ਦੇ ਹਾਰ ਪਾਉਂਦੇ ਹਨ, ਕੱਲ੍ਹ ਨੂੰ ਜੁੱਤੀਆਂ ਦੇ ਵੀ ਪਾ ਸਕਦੇ ਹਨ। ਦੂਸਰਾ ਖਿਆਲ ਰੱਖੋਗੇ ਤੇ ਬਹੁਤੇ ਖੁਸ਼ ਨਹੀਂ ਹੋਊਗੇ। ਖੁਸ਼ੀ ਨਹੀਂ ਹੋਊਗੀ ਤੇ ਦੂਸਰਾ ਪੱਖ ਜਦੋਂ ਆਇਆ ਫਿਰ ਜ਼ਿਆਦਾ ਦੁਖੀ ਨਹੀਂ ਹੋਊਗੇ ਵੀ ਇਹ ਵੀ ਆਉਣਾ ਹੀ ਸੀ। ਤੇ ਇੱਥੇ ਕੁਛ ਸਥਿਰ ਨਹੀਂ ਹੈ ਸੰਸਾਰ। ਸੰਸਾਰ ਦਵੈਤ ਹੈ ਤੇ ਦਵੈਤ ਦੁਆਰਾ ਮਨ ਪੈਦਾ ਹੋਇਆ, ਸੰਸਾਰ 'ਚ ਹੀ ਪੈਦਾ ਹੋਇਆ ਹੈ ਨਾ, ਤੇ ਦਵੈਤ 'ਚ ਹੀ ਚੱਲ ਰਿਹਾ ਹੈ ਮਨ। ਤੇ ਦਵੈਤ ਚੋਂ ਬਾਹਰ ਨਿਕਲਣ ਵਾਸਤੇ ਸਵੀਕਾਰ ਭਾਵ ਸਾਰਿਆਂ ਨੂੰ ਵਧੀਆ ਰਸਤਾ ਹੈ, ਸਾਰਿਆਂ ਨੂੰ ਉੱਤਮ ਮਾਰਗ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ। ਸਵੀਕਾਰ ਭਾਵ, ਸਵੀਕਾਰ ਭਾਵ ਦਾ ਅਰਥ ਨਹੀਂ ਲੋਕ ਸਮਝਦੇ ਹਨ। ਉਹ ਸਮਝਦੇ ਹਨ ਚਲ ਠੀਕ ਹੈ, ਇਹ ਦੁੱਖ ਅੰਦਰੋਂ ਸਵੀਕਾਰ ਨਹੀਂ ਕਰਦੇ ਹਨ, ਬਾਹਰੋਂ ਬਸ ਠੀਕ ਹੈ, ਠੀਕ ਕਰਦੇ ਰਹਿਣ। ਅੰਦਰੋਂ ਗਹਿਰੇ ਤਲ ਕੋਈ ਪੈਦਾ ਹੋਇਆ ਤੇ ਖੁਸ਼ੀ ਹੋਈ, ਕੱਲ ਨੂੰ ਕੋਈ ਮਰੇਗਾ ਵੀ, ਆਪਣ ਦੁੱਖ ਵੀ ਆਏਗਾ। ਤੇ ਜਦੋਂ ਪੈਦਾ ਹੋਇਆ ਉਦੋਂ ਬਹੁਤੇ ਖੁਸ਼ ਨਾ ਉਛਲੋ ਨਾ ਵੀ ਇਹਦੀ ਮੌਤ ਵੀ ਆਵੇਗੀ, ਜਿਹੜਾ ਪੈਦਾ ਹੋਇਆ ਮਰੇਗਾ ਵੀ। ਇੱਥੇ ਦੋਵੇਂ ਪੱਖ ਚੱਲਦੇ ਹਨ ਸੰਸਾਰ ਦੇ ਵਿੱਚ, ਖਿਆਲ ਵਿੱਚ ਰੱਖਣ ਯੋਗ ਹੈ। ਇੱਥੇ ਸੁੱਖ ਵੀ ਆਉਂਦੇ ਹਨ ਤੇ ਆਦਮੀ ਸੁੱਖ ਭੋਗਦਾ ਹੈ, ਉਦੋਂ ਭੁੱਲ ਜਾਂਦਾ ਹੈ ਮੌਤ ਨੂੰ, ਉਹ ਦੂਸਰੇ ਪੱਖ ਨੂੰ। ਤੇ ਅਗਰ ਦੂਸਰੇ ਪੱਖ ਨੂੰ ਖਿਆਲ ਵਿੱਚ ਰੱਖੇ, ਜਿਵੇਂ ਰਾਜੇ ਜਨਕ ਨੂੰ ਕਿਸੇ ਨੇ ਪੁੱਛਿਆ ਸੀ ਨਾ ਵੀ ਤੁਸੀਂ ਰਾਜ ਮਹਿਲ 'ਚ ਰਹਿੰਦੇ ਆ, ਇਹ ਰਾਣੀਆਂ ਸੁੰਦਰ ਸੁੰਦਰ ਮਹਿਲ ਸਭ ਕੁਛ ਹੈ, ਤੇ ਤੁਸੀਂ ਕਿਵੇਂ ਧਿਆਨ ਬਣਾਈ ਰੱਖਦੇ ਹੋ? ਉਹ ਕਹਿੰਦੇ ਸਨ ਸਾਨੂੰ ਮੌਤ ਚੇਤੇ ਹੈ ਹਰ ਵਕਤ, ਅਸੀਂ ਦੂਸਰਾ ਪੱਖ ਚੇਤੇ ਰੱਖਦੇ। ਇਹ ਸਭ ਕੁਛ ਨਾਚ ਗਾਣੇ ਹੋ ਰਹੇ, ਸਭ ਕੁਛ ਹੋ ਰਿਹਾ, ਸਾਨੂੰ ਫਿੱਕਾ ਫਿੱਕਾ ਲੱਗਦਾ ਹੈ ਕਿਉਂਕਿ ਦੂਸਰਾ ਪੱਖ ਯਾਦ ਹੈ। ਇਸ ਕਰਕੇ ਅਸੀਂ ਇਹਦੇ ਵਿੱਚ ਖੱਚਤ ਨਹੀਂ ਹੁੰਦੇ। ਅਗਰ ਇਸ ਪੱਖ ਦੇ ਵਿੱਚ ਖੱਚਤ ਹੋ ਗਏ ਤੇ ਦੂਸਰਾ ਪੱਖ ਫਿਰ ਜ਼ਿਆਦਾ ਗਹਿਰਾ ਹੋਵੇਗਾ। ਤੇ ਜਾਣਕਾਰ ਕਹਿੰਦੇ ਹਨ ਵੀ ਤੁਸੀਂ ਨਿਰਲੇਪ ਰਹਿਣਾ। ਨਿਰਲੇਪ ਦਾ ਅਰਥ ਕੀ ਹੁੰਦਾ ਹੈ? ਸੁੱਖ ਦੁੱਖ ਤੋਂ ਨਿਰਲੇਪ ਹੋ ਜਾਣਾ, ਮਾਨ ਅਪਮਾਨ ਤੋਂ ਨਿਰਲੇਪ। ਉਹਦਾ ਭਾਵ ਇਹੋ ਹੀ ਹੁੰਦਾ ਵੀ ਉਹਦੇ ਨਾਲ ਨਹੀਂ ਜੁੜਨਾ। ਸੁੱਖ ਆਇਆ ਤੇ ਉਹਨੂੰ ਵੀ ਦੇਖਣਾ ਹੈ ਸਾਖਸ਼ੀ ਭਾਵ ਦੇ ਨਾਲ, ਨਿਰਲੇਪ। ਦੁੱਖ ਵੀ ਆਵੇਗਾ, ਫਿਰ ਤੁਸੀਂ ਦੁੱਖ ਨੂੰ ਵੀ ਉਸੇ ਢੰਗ ਦੇ ਨਾਲ ਦੇਖ ਸਕੋਗੇ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਅਗਰ ਸੁੱਖ ਨੂੰ ਤੁਸੀਂ ਸਾਖਸ਼ੀ ਭਾਵ ਦੇ ਨਾਲ ਨਾ ਦੇਖਿਆ ਤੇ ਦੁੱਖ ਨੂੰ ਤੁਸੀਂ ਕਦੇ ਨਹੀਂ ਦੇਖ ਸਕਦੇ। ਸੁੱਖ ਤੋਂ ਸ਼ੁਰੂ ਕਰਨਾ ਜ਼ਿਆਦਾ ਵਧੀਆ ਹੈ। ਲੋਕ ਦੁੱਖ ਤੋਂ ਕਰਦੇ ਹਨ, ਦੁੱਖ ਤੋਂ ਹੋ ਨਹੀਂ ਪਾਉਂਦਾ ਹੈ। ਜਦੋਂ ਖੁਸ਼ੀ ਹੋਵੇ, ਖੁਸ਼ੀ ਦੇ ਦਿਨ ਹੋਣ, ਸੁੱਖ ਹੋਵੇ ਜਾਂ ਜਵਾਨੀ ਹੋਵੇ, ਜਿਹੜਾ ਜਵਾਨੀ ਦੇ ਵਿੱਚ ਦੇਖ ਸਕੇ ਬੁਢਾਪੇ ਨੂੰ, ਮੌਤ ਨੂੰ, ਦੂਸਰੇ ਪੱਖ ਨੂੰ। ਐਸਾ ਨਹੀਂ ਹੈ ਵੀ ਉਹ ਨਿਰਾਸ਼ ਹੋ ਕੇ ਜੀਵੇਗਾ। ਖਿਆਲ ਵਿੱਚ ਰੱਖਿਆ, ਸਾਖਸ਼ੀ ਜਿਹੜਾ ਉਹ ਨਿਰਾਸ਼ ਨਹੀਂ ਹੁੰਦਾ ਹੈ ਕਿਉਂਕਿ ਉਹਦੇ ਵਿੱਚ ਆਸਾ ਹੀ ਨਹੀਂ ਹੁੰਦੀ ਹੈ। ਨਿਰਾਸ਼ਾ ਕਿੱਥੋਂ ਹੋਵੇਗੀ? ਆਸਾ ਮਨਸਾ ਸਗਲ ਤਿਆਗੇ, ਜਗਤੇ ਰਹੇ ਨਿਰਾਸ਼ਾ। ਕਾਮ ਕ੍ਰੋਧ ਜਹ ਪਰਸੇ ਨਾਹਿ, ਤਤਕਟ ਬ੍ਰਹਮ ਨਿਵਾਸ। ਤੋ ਦੇਖਦਾ ਹੈ ਸਾਖਸ਼ੀ ਭਾਵਨਾ, ਸੁੱਖ ਆਇਆ ਹੈ ਇਹ ਵੀ ਜਾਵੇਗਾ। ਜਿਵੇਂ ਕਹਿੰਦੇ ਇੱਕ ਫਕੀਰ ਕੋਲੋਂ ਕਿਸੇ ਸਮਰਾਟ ਨੇ ਮੰਤਰ ਪੁੱਛਿਆ ਸੀ ਵੀ ਇਹੋ ਜਿਹਾ ਮੰਤਰ ਦਿਓ ਜਿਹੜਾ ਦੁੱਖ ਵੇਲੇ ਕੰਮ ਆਵੇ। ਉਹਨੇ ਲਿਖ ਕੇ ਮੰਤਰ ਤਵੀਤ ਬਣਾ ਕੇ ਦੇ ਦਿੱਤਾ। ਕਹਿੰਦੇ ਜਦੋਂ ਜ਼ਿਆਦਾ ਹੀ ਬਿਪਤਾ ਆਵੇ, ਦੁੱਖ ਆਵੇ ਨਾ, ਉਦੋਂ ਖੋਲ੍ਹਣਾ ਹੈ, ਪਹਿਲਾਂ। ਦੂਸਰੇ ਸਮਰਾਟ ਨੇ ਉਹਦੇ ਤੇ ਹਮਲਾ ਕੀਤਾ, ਉਹਦੀ ਰਾਜਧਾਨੀ ਖੋਲ੍ਹੀ, ਉਹ ਭੱਜਿਆ ਜੰਗਲ ਦੇ ਵਿੱਚ, ਉਹਦੇ ਪਿੱਛੇ ਫੌਜ ਇੱਕ ਗੁਫਾ ਦੇ ਵਿੱਚ ਜਾ ਕੇ ਛਿਪ ਗਿਆ। ਹੁਣ ਉਹਦੇ ਕੋਲ ਕੁਛ ਵੀ ਨਹੀਂ ਹੈ, ਸੈਨਾ ਵੀ ਮਾਰੀ ਜਾ ਚੁੱਕੀ, ਸਭ ਕੁਛ ਖੋਹ ਲਿਆ। ਉਹਨੇ ਦੇਖਿਆ ਵੀ ਤਵੀਤ ਤੇ ਹੁਣ ਖੋਲ੍ਹ ਕੇ ਦੇਖਣਾ ਹੀ ਚਾਹੀਦਾ। ਫਕੀਰ ਨੇ ਕਿਹਾ ਹੈ ਵੀ ਜੇ ਜ਼ਿਆਦਾ ਦੁਖਦਾਈ ਘੜੀ ਆਵੇ ਫਿਰ ਦੇਖਣਾ।
ਜਦੋਂ ਖੋਲ ਕੇ ਦੇਖਿਆ ਕੀ ਲਿਖਿਆ ਸੀ ਭਲਾ ਉਹਦੇ ਤੇ, ਇਹ ਵੀ ਬੀਤ ਜਾਵੇਗਾ, ਇਹ ਵੀ ਬੀਤ ਜਾਵੇਗਾ ਸਮੇਂ। ਤੇ ਵਾਸਤਵਿਕ ਦੇ ਵਿੱਚ ਉਹ ਵੀ ਬੀਤ ਗਿਆ। ਫਿਰ ਉਹ ਬਾਹਰ ਨਿਕਲਿਆ, ਧੀਰੇ ਧੀਰੇ ਲੋਕਾਂ ਨੂੰ ਜੋੜਿਆ, ਫੌਜ ਬਣਾਈ, ਫਿਰ ਆਪਣੀ ਰਾਜਧਾਨੀ ਹਾਸਲ ਕੀਤੀ। ਪਰ ਫਿਰ ਉਹ ਦੂਸਰਾ ਪੱਖ ਵੀ ਆਇਆ, ਰਾਜਧਾਨੀ ਹਾਸਲ ਕੀਤੀ, ਪਰ ਉਹ ਵੀ ਸਦਾ ਥੋੜੀ ਰਹੇਗਾ, ਉਹ ਵੀ ਜਾਵੇਗਾ, ਮੌਤ ਆਵੇਗੀ। ਇਹ ਸਮੇਂ ਭੱਜਾ ਜਾ ਰਿਹਾ ਹੈ, ਇੱਥੇ ਸੁੱਖ ਵੀ ਜਾ ਰਿਹਾ ਹੈ, ਦੁੱਖ ਵੀ ਜਾ ਰਿਹਾ ਹੈ, ਤੇ ਵਿਵਧਤਾ ਵੀ ਜਾ ਰਹੀ ਹੈ, ਸਭ ਕੁਝ ਜਾ ਰਿਹਾ ਹੈ। ਇਹ ਤੇ ਪ੍ਰਵਾਹ ਹੈ, ਤੇ ਪ੍ਰਵਾਹ ਦੇ ਨਾਲ ਤੁਸੀਂ ਕਿਵੇਂ ਟਿਕੋਗੇ? ਭੱਜੇ ਜਾਂਦੇ ਸੰਸਾਰ ਦੇ ਨਾਲ ਮਨ ਦਾ ਟਿਕਾ ਨਹੀਂ ਹੁੰਦਾ ਹੈ। ਮਨ ਦਾ ਟਿਕਾ ਤੇ ਪਿੱਛੇ ਸਾਖਸ਼ੀ 'ਚ ਹੋਵੇਗਾ। ਮਨ ਦਾ ਟਿਕਾ ਨਹੀਂ ਹੋਵੇਗਾ, ਤੁਸੀਂ ਸਾਖਸ਼ੀ ਹੋ ਜਾਓਗੇ। ਪਹਿਲਾਂ ਸੰਸਾਰ ਦੇ ਸਾਖਸ਼ੀ, ਸੁੱਖ ਦੇ ਸਾਖਸ਼ੀ, ਦੁੱਖ ਦੇ ਸਾਖਸ਼ੀ, ਮਾਨ ਦੇ ਅਪਮਾਨ ਦੇ, ਹਰ ਚੀਜ਼ ਦੇ ਸਾਖਸ਼ੀ ਹੁੰਦੇ ਜਾਓ। ਸੰਸਾਰ ਦੇ ਸਾਖਸ਼ੀ ਹੋ ਜਾਓ, ਫਿਰ ਸਰੀਰ ਦੇ ਸਾਖਸ਼ੀ, ਫਿਰ ਮਨ ਦੇ ਸਾਖਸ਼ੀ ਹੋ ਜਾਓ। ਜਿਹੜਾ ਸਾਖਸ਼ੀ ਹੋ ਗਿਆ ਨਿਰਲੇਪ ਹੋ ਗਿਆ। ਜੈਸੇ ਜਲ ਮਹਿ ਕਮਲ ਨਿਰਾਲ ਮਿਰਗਾਏ ਨੇਸਾ, ਸ਼ਬਦ ਸੁਰਤ ਭਵ ਸਾਗਰ ਤਰੀ। ਉਹ ਹੀ ਅਰਥ ਇਹਦਾ ਹੈ ਵੀ ਉਹ ਸੁਰਤ ਜਿਹੜੀ ਹੈ ਪਿੱਛੇ ਸ਼ਬਦ ਦੇ ਵਿੱਚ ਲੱਗ ਗਈ, ਨਿਰਲੇਪ ਹੋ ਗਈ। ਤੇ ਜਿਹੜਾ ਨਿਰਲੇਪ ਹੋ ਗਿਆ ਸੁੱਖ ਦੁੱਖ ਤੋਂ, ਮਾਨ ਅਪਮਾਨ, ਤੇ ਮਨ ਕਰਕੇ ਥਿਰ ਨਹੀਂ ਹੋਣਾ ਹੈ, ਮਨ ਤੋਂ ਪਿੱਛੇ ਹਟਣਾ ਹੈ। ਸੁੱਖ ਦੇ ਸਾਖਸ਼ੀ ਹੋਵੋ, ਸੁੱਖ ਨੂੰ ਦੇਖਦੇ ਰਹੋ। ਦੁੱਖ ਵੀ ਆਵੇਗਾ, ਮਾਣ ਵੀ ਆਵੇਗੀ, ਅਪਮਾਨ ਵੀ ਆਵੇਗਾ, ਸਭ ਕੁਛ ਹੀ ਆਵੇਗਾ। ਥੋੜਾ ਕਠਿਨ ਹੈ, ਪਰ ਇਸ ਤੋਂ ਪਾਰ ਹੋਇਆ ਜਾ ਸਕਦਾ ਹੈ ਸਵੀਕਾਰ ਭਾਵ ਨਾਲ। ਸਾਖਸ਼ੀ ਹੋ ਤੇ ਖਿਆਲ ਰੱਖੋ, ਪਰਮਾਤਮਾ ਦੀ ਪਿਆਸ ਹੋਈ ਤਾਂ ਤੁਸੀਂ ਪਰਮਾਤਮਾ ਵੱਲ ਜਾ ਸਕਦੇ ਹੋ। ਤੇ ਸੰਸਾਰ ਤੋਂ ਨਿਰਲੇਪ ਹੋ ਗਏ ਤੇ ਫਿਰ ਤੁਸੀਂ ਮਨ ਤੋਂ ਪਾਰ ਹੋ ਜਾਓਗੇ, ਸਾਖਸ਼ੀ ਹੋਗੇ, ਸਮਗਰ ਸਾਖਸ਼ੀ ਹੋ। ਫਿਰ ਦੁੱਖ ਵੀ ਆਉਣਗੇ, ਸੁੱਖ ਵੀ ਆਉਣਗੇ, ਤੁਸੀਂ ਦੇਖਦੇ ਰਹੋਗੇ। ਆ ਰਿਹਾ ਹੈ, ਸਭ ਕੁਝ ਜਾ ਰਿਹਾ ਹੈ। ਜਿਵੇਂ ਨਦੀ ਚੱਲ ਰਹੀ, ਨਦੀ ਕੰਢਿਆਂ ਸਾਧੂ ਸਾਧਨਾ ਕਰਦੇ ਰਹੇ, ਇਸੇ ਕਰਕੇ ਨਦੀ ਚੱਲ ਰਹੀ ਹੈ। ਤਾਂ ਸੰਸਾਰ ਦਾ ਪ੍ਰਵਾਹ ਚੱਲ ਰਿਹਾ ਹੈ, ਸਮੇਂ ਦਾ ਪ੍ਰਵਾਹ ਚੱਲ ਰਿਹਾ ਹੈ। ਤੁਸੀਂ ਕੰਢੇ ਬੈਠ ਕੇ ਦੇਖਦੇ ਰਹੋ, ਲਿਪਾਏਮਾਨ ਨਾ ਹੋ ਸੰਸਾਰ ਦੇ, ਨਾ ਸੁੱਖਾਂ ਦੇ ਵਿੱਚ, ਨਾ ਦੁੱਖਾਂ ਦੇ ਵਿੱਚ, ਨਾ ਮਾਨ ਨਾ ਅਪਮਾਨ। ਫਿਰ ਤੁਸੀਂ ਮੁਕਤ ਹੋ ਜਾਓਗੇ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤੇ ਜਨ ਕੋ ਸਦਾ ਨਮਸਕਾਰ।